कीर्तन आप संगत ने सरवण किया। बहुत ही सत्कारयोग रागी भाई हरिहर समालसर वाले तिन्हां दे जथे दे पासों दास समुचे जथे का धन्यवाद करता है। जियो आया आखदा है। बहुत ही सत्कारयोग संत बाबा अवतार सिंह जी धूरकोट महापुरख भी पहुँच चुके हैं। जियो आया बाबा सुखदेव सिंह जी खोजकीपुर वाले वो आप संगतां दे नाल 15 मिनट वास्ते गुरमत विचारां दी सांझ पाउणगे। उस तो बाद बहुत ही सत्कारयोग संत बाबा अवतार सिंह जी धूरकोट वाले आप संगतां नूं गुरबाणी की कथा के राही निहाल करनगे। दास पहला भाई बेनती करे जिथों तक कोई आवाज़ आती है संगतां नूं बेनती है कि समय सिर पहुँचो। गुरु का जिहड़ा लंगर है भाई हुण समाप्त किया जाए क्योंकि सारी संगत पंडाल अंदर पहुँचो। ऐसा जिहड़ा समा है बहुत वड्डियां भागां नाल मिलदा है। गरीब नवाज जी के बचन ने वड भागी हर संगत पावहे भागहीन परम छोटा खावे। वड्डे भाग भेटै गुरुदेवा कोट अपराध मिटे हर सेवा। वड्डिया भागां दे नाल भाई गुरु की प्राप्ति हुंदी है। गुरु की संगत की प्राप्ति हुंदी है। गुरु की संगत विच बैठ के गुरबाणी का कीर्तन गुरबाणी सुननी बहुत वड्डा लाभ है। विद्वान महापुरुष लिखते ने सुन कथा को विशाल रस है। गुरबाणी की कथा का बहुत वड्डा रस है। ते गरीब नवाज सच्चे पातशाह कहते सुन हर कथा उतारी मैल महापुनीत भय सुख सैल। वड्डे सुख की दात प्राप्त होंदी है। आओ बहुत ही सत्कारयोग बाबा सुखदेव सिंह जी खोजकीपुर वाले आप संगतां दे नाल 15 मिनट वास्ते गुरमत विचारां दी सांझ पाउणगे। दास ने भाई पहला भी बेनती की सी पंडाल दे अंदर 3 मोटरसाइकिल खलोते ने। जिस भी वीर दे ने भाई उन्होंने बेनती है दूसरी बार बेनती की है कि कृपा करके जिहड़े मोटरसाइकिल ने जो गुरु घर की पार्क है उत्थे लाउण की कृपालता करो। जिस भी वीर दे भाई मोटरसाइकिल ने 3 खलोते ने सो भाई संगत नूं बेनती जिस भी संगत दे ने जिस भी वीर दे ने इन्हों भाई पंडाल तो बाहर रख के जिहड़ी बाहर पार्क बनी हुई उत्थे लाउण की कृपालता करन। वाहिगुरू जी का खालसा वाहिगुरू जी की फतेह। वाहिगुरु जी गुरु गरीब नवाज जन्म मरण दोहु मैं नाही। जन्म मरण दोहु मैं नाही जन पर उपकारी आए। जी दान दे भगती लाइन हर स्यों लैन मलाए। ना जमदे ना मरदे साधु ना जमदे ना जमदे ना मरदे साधु ना जमदे।
ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਲਗਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੇ ਲਿਹਾਜ਼ ਦੇ ਨਾਲ ਆਪਾਂ ਚੱਲਣਾ ਹੈ। ਤਕਰੀਬਨ 200 ਕਿਲੋਮੀਟਰ ਦਾ ਫਾਸਲਾ ਨਗਰ ਦਾ ਜਿੱਥੋਂ ਮੈਂ ਆਇਆ। ਆਉਂਦੇ ਆਉਂਦੇ ਅਸੀਂ ਇਹ ਵੀ ਸੋਚਦੇ ਸੀ ਵੀ ਕੀਰਤਨ ਦਾ ਜੇ ਕਿਤੇ ਲੇਟ ਹੋ ਗਏ, ਮੈਂ ਚਲੋ ਕੋਈ ਨਹੀਂ, ਪਿੰਡ ਦੇ ਦਰਸ਼ਨ ਕਰ ਆਵਾਂਗੇ ਆਪਾਂ। ਜੇ ਕੀਰਤਨ ਕਰਨ ਤੋਂ ਲੇਟ ਸਮਾਪਤੀ ਵੀ ਹੋ ਗਈ, ਨਗਰ ਦੇ ਦਰਸ਼ਨ ਕਰ ਆਵਾਂਗੇ। ਤੇ ਜਦੋਂ ਮੈਂ ਨਗਰ 'ਚ ਆ ਕੇ ਦੇਖਿਆ, ਲੋਕਾਂ ਨੂੰ ਪਤਾ ਹੀ ਨਹੀਂ ਵੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਮਹਾਨ ਆਤਮਾ ਦਾ, ਜਿਨ੍ਹਾਂ ਦਾ ਯਾਦ ਮਨਾ ਰਹੇ ਆਪਾਂ। ਮਨ ਖੁਸ਼ ਵੀ ਬੜਾ ਹੋਇਆ, ਮਨ ਦੁਖੀ ਵੀ ਬੜਾ ਹੋਇਆ ਹੈ। ਖੁਸ਼ ਤਾਂ ਇਸ ਕਰਕੇ ਹੋਇਆ ਹੈ ਵੀ ਅੱਜ ਸੰਤ ਬਾਬਾ ਜੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਜਨਮ ਸਥਾਨ ਦੇ ਸਾਨੂੰ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ। ਮਨ ਤਾਂ ਖੁਸ਼ ਸੀ ਇਸ ਕਰਕੇ। ਤੇ ਜਦੋਂ ਪਿੰਡ ਦੇ ਲੋਕ ਮੈਂ ਦੇਖੇ ਬੈਠੇ ਚਰਸਤਿਆਂ ਦੇ ਵਿੱਚ, ਮੈਂ ਸੋਚਿਆ ਓਏ ਇਹਨਾਂ ਦੇ ਮਨ ਦੇ ਵਿੱਚ ਤਾਂ ਕਦਰੀ ਕੋਈ ਨਹੀਂ। ਤੇ ਇੱਕ ਹੋਰ ਵੀ ਸੁਣਿਓ, ਜਿੰਨਾ ਬੰਦਾ ਜ਼ਿਆਦਾ ਨੇੜੇ ਹੋਵੇ ਲਾਹਾ ਵੀ ਨਹੀਂ ਲੈ ਸਕਦਾ ਉਹ। ਮੈਂ ਇਹੋ ਜਿਹੇ ਬੰਦੇ ਦੇਖੇ ਆ, ਮਿਲੇ ਆ ਮੈਨੂੰ, ਜਿਹੜੇ ਤੁਹਾਡੇ ਪਿੰਡ ਦੀਆਂ 7 ਪਰਿਕਰਮਾ ਕਰਕੇ ਵੀ ਗਏ ਆ। ਤੁਹਾਨੂੰ ਤਾਂ ਸ਼ਾਇਦ ਨਾ ਹੀ ਪਤਾ ਹੋਊਗਾ। ਉਹ ਜਿਹਾ ਸਰੀਰ ਮਿਲਿਆ ਮੈਨੂੰ, ਉਹ ਗੜ੍ਹ ਸ਼ੰਕਰ ਦੇ ਕੋਲ ਪਿੰਡ ਆ ਉਹਦਾ। ਉਹ ਕਹਿੰਦਾ ਬਾਬਾ ਜੀ ਮੈਂ 7 ਪਰਿਕਰਮਾ ਕੀਤੀਆਂ ਰੋਡੇ ਪਿੰਡ ਦੀਆਂ, ਤਾਂ ਪਿੰਡ ਦੀਆਂ। ਤਾਂ ਪਿੰਡ ਦੇ ਲੋਕ ਕਹਿੰਦਾ ਮੇਰੇ ਆ ਲੱਖਾਂ ਕੱਢ ਕੇ ਦੇਖਣ ਵੀ ਇਹ ਕਮਲੇ ਕੀ ਕਰਦੇ ਆ। ਦੇਖੋ ਤਾਂ ਪਿੰਡ ਦਿਆਂ ਦਾ ਹਾਲ ਦੇਖੋ ਕੀ ਹੈ। ਵਾਹ ਵੀ ਵਾਹ। ਇੱਕ ਯਾਦ ਰੱਖਿਓ, ਸਮਾਂ ਤਾਂ ਥੋੜਾ ਹੀ ਆ ਆਪਣੇ ਕੋਲੇ। ਕੀਰਤਨ ਕਰਨਾ ਸੰਤ ਬਾਬਾ ਜੀ ਨੇ, ਧੂਲਕੋਟ ਵਾਲੇ ਮਹਾਂਪੁਰਸ਼ਾਂ ਨੇ। ਮੈਂ ਤੁਹਾਡੇ ਨਾਲ ਅੱਜ ਉਹੀ ਵਿਚਾਰ ਸਾਂਝੇ ਕਰਨੇ ਆ ਜਿਹੜੇ ਮੈਂ ਸੰਤਾਂ ਦੇ ਨਾਲ ਅੱਖਾਂ ਨਾਲ ਮੇਰੇ ਸਾਹਮਣੇ ਵਾਪਰੇ ਆ। ਪਤਾ ਨਹੀਂ ਸ਼ਾਇਦ ਮਲੇਰਕੋਟਲੇ ਦੀ ਆ, ਮੈਂ ਇੱਕ ਵਾਰੀ ਉਹਦੇ ਦਰਸ਼ਨ ਵੀ ਕੀਤੇ। ਮੰਜੂ ਕਰੈਸ਼ੀ ਉਹਦਾ ਨਾਮ ਆ, ਮੰਜੂ ਕਰੈਸ਼ੀ। ਵਿਦਵਾਨ ਹੈ, ਕਾਫੀ ਪੜ੍ਹੀ ਲਿਖੀ ਆ। ਉਹਦੀ ਕਿਤਾਬ ਦੇ ਵਿੱਚ ਮੈਂ ਲਿਖਿਆ, ਆਪ ਪੜ੍ਹਿਆ। ਉਹਨੂੰ ਪੁੱਛਿਆ ਵੀ ਤੂੰ ਸੰਤਾਂ ਨੂੰ ਕੀ ਸਮਝਦੀ ਐ? ਪਿੰਡ ਵਾਲਿਓ ਤੁਸੀਂ ਕੀ ਸਮਝਦੇ ਸੰਤਾਂ ਨੂੰ? ਵੀ ਇੱਕ ਮੁਸਲਮਾਨਾਂ ਦੀ ਲੜਕੀ ਦੇਖੋ ਕੀ ਸਮਝਦੀ ਸੰਤਾਂ ਨੂੰ। ਮੰਜੂ ਕਰੈਸ਼ੀ ਉਹਦਾ ਨਾਮ ਆ, ਸੁਣਿਓ ਜਰਾ ਕਰ। ਉਹ ਕੀ ਕਹਿੰਦੀ? ਕਹਿੰਦੀ ਵੀ ਜੇ ਤੁਸੀਂ ਮੇਰੇ ਦਿਲ ਦੀ ਗੱਲ ਪੁੱਛਦੇ ਨਾ, ਮੈਂ ਕਹਿੰਨੀ ਆ ਉਹ ਸਿੱਖਾਂ ਦਾ ਮਸੀਹਾ ਸੀ ਸੰਤ ਬਾਬਾ ਜਰਨੈਲ ਸਿੰਘ। ਤੇ ਮਸੀਹਾ ਉਹ ਆਪਣੇ ਪੈਗੰਬਰ ਨੂੰ ਕਹਿੰਦੇ ਆ। ਮੁਸਲਮਾਨ ਮਸੀਹ ਨੂੰ ਮੰਨਦੇ, ਮਸੀਹਾ ਉਹਨਾਂ ਦਾ ਜਿਹੜਾ ਪੈਗੰਬਰ ਹੈ ਨਾ, ਉਹਨੂੰ ਮੰਨਦੇ। ਕਹਿੰਦੇ ਸਿੱਖਾਂ ਦਾ ਮਸੀਹਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ। ਮਹਾਂਪੁਰਸ਼ਾਂ ਦੇ ਦਰਸ਼ਨ 5 ਸਾਲ ਹੋਏ ਲਗਾਤਾਰ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ 72 ਸਨ ਚ ਗਏ ਦਾਸ ਦੇ ਨਗਰ। 15 ਦਸੰਬਰ ਤੋਂ 22 ਦਸੰਬਰ ਤੱਕ ਉਹਨਾਂ ਨੇ ਦੀਵਾਨ ਲਾਏ। ਜਦ 77 ਚ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਆ ਜਦੋਂ ਅਸੀਂ ਆਏ ਆ ਨਾ ਗੇਟ ਤੋਂ ਮੁੜੇ ਆਇਆ ਨੂੰ, ਜਦੋਂ ਸੜਕ ਆਏ ਆ ਵੱਡੀ ਸੜਕ ਤੋਂ,
ਮੇਰੇ ਨਾਲ ਦੇ ਪੁੱਛਦੇ ਸੀ ਬਾਬਾ ਜੀ ਕਿੰਨੀ ਕੁ ਦੂਰ ਪਿੰਡ ਆ? ਮੈਂ ਕਿਹਾ 2 ਕਿਲੋਮੀਟਰ ਹੀ ਆ, ਨੇੜੇ ਆ। ਮੇਰੇ ਨਾਲ ਦੇ ਕਹਿੰਦੇ ਬਾਬਾ ਜੀ ਆ ਉਹੀ ਸੜਕ ਹੈ, ਇੱਥੋਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਲੰਘੇ ਹੋਣਗੇ ਕਦੇ? ਇੱਥੋਂ ਦੀ ਕਦੇ ਲੰਘੇ ਹੋਣਗੇ? ਉਤਰ ਕੇ ਇਸ ਧਰਤੀ ਨੂੰ ਮੱਥਾ ਟੇਕ ਲਈਏ। ਅੱਜ ਮੈਂ ਤੁਹਾਨੂੰ ਇੱਕ ਸਿਰੇ ਦੀ ਗੱਲ ਦੱਸਣ ਲੱਗਿਆ, ਸਿਰੇ ਦੀ। ਮੇਰੇ ਵੱਲੋਂ ਤਾਂ ਸਿਰੇ ਦੀ ਹੈ, ਹੁਣ ਹੀ ਤੁਹਾਡੇ ਵੱਲੋਂ ਵੀ ਸਿਰੇ ਦੀ ਹੈ। ਗੱਲ ਸੁਣ ਲਿਓ ਧਿਆਨ ਨਾਲ। ਅਰਥ ਉਹਦੇ ਯਕਦਮ ਨਾ ਕੱਢਿਓ, ਯਕਦਮ ਨਹੀਂ ਨਿਕਲਣੇ ਅਰਥ ਉਹਦੇ। ਜਿਹੜੀ ਮੈਂ ਗੱਲ ਬੇਨਤੀ ਲੱਗਿਆ ਕਰਨ ਤੁਹਾਨੂੰ, ਠੰਡੇ ਦਿਮਾਗ ਨਾਲ ਸੋਚ ਕੇ ਵਿਚਾਰ ਕਰਿਓ। ਮੇਰੇ ਪਿੰਡ ਦਾ ਇੱਕ ਇਹੋ ਜਿਹਾ ਨੌਜਵਾਨ ਹੈ ਜੀਂਦਾ ਜਾਗਦਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਦਲਵੀਰ ਸਿਆ ਆ ਸੁਣ ਲਿਓ ਜਰਾ ਕਿ ਸੁਣਿਓ ਕਿ ਫੇ ਅਰਥ ਭਾਵੇਂ ਰਾਤ ਨੂੰ ਮੰਜੇ ਤੇ ਪੈ ਕੇ ਸੋਚੀ ਜਾਓ ਵੀ ਕੀ ਉਹਦੇ ਮਨ 'ਚ ਕਿੰਨਾ ਪਿਆਰ ਹੋਊ। ਮੈਂ ਦਲਵੀਰ ਸਿਆ ਤੇਰੇ ਮਨ ਵਿੱਚ ਕਿੰਨਾ ਕੁ ਸਤਿਕਾਰ ਆ ਬਈ ਸੰਤ ਬਾਬਾ ਜਰਨੈਲ ਸਿੰਘ ਜੀ ਦਾ? ਉਹ ਪਤਾ ਮੈਨੂੰ ਕੀ ਕਹਿੰਦਾ ਹੈ? ਤੁਹਾਨੂੰ ਥੋੜਾ ਔਖਾ ਹੋ ਜਾਣਾ ਪਰ ਸੁਣ ਲਿਓ, ਵਿਚਾਰ ਕਰਿਓ। ਉਹ ਨੌਜਵਾਨ ਕਹਿੰਦਾ ਮੈਨੂੰ, ਕਹਿੰਦਾ ਗੱਲ ਸੁਣ, ਮੈਂ 10ਵੇਂ ਪਾਤਸ਼ਾਹ ਦਾ ਉਹਨਾਂ ਸਤਿਕਾਰ ਨਹੀਂ ਕਰਦਾ ਜਿੰਨਾ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਕਰਦਾ। ਤੇ ਮੈਨੂੰ ਪਤਾ ਵੀ ਇਹ ਗੱਲ ਸੁਣਨੀ ਔਖੀ ਆ ਆਪਣੇ ਵਾਸਤੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਦਲਵੀਰ ਸਿਆ ਇਸ ਗੱਲ ਦੇ ਅਰਥ ਕੀ ਨਿਕਲਦੇ ਭਲਾ? ਮੈਨੂੰ ਕਹਿੰਦਾ ਅਰਥ ਜੋ ਮਰਜ਼ੀ ਨਿਕਲ, ਮੇਰਾ ਦਿਲ ਕਹਿੰਦਾ ਜੋ। ਮੈਂ ਕਿਹਾ ਕੋਈ ਸਪਸ਼ਟੀਕਰਨ ਦੇ ਫਿਰ। ਆ ਸੁਣਿਓ ਸਪਸ਼ਟੀਕਰਨ ਉਹਦਾ। ਤੇ ਨਾਲੇ ਜਿਹੜੇ ਆਲੇ ਦੁਆਲੇ ਪਿੰਡ ਦੇ ਇੱਥੇ ਲੋਕ ਉਦਾਂ ਤੁਰੇ ਫਿਰਦੇ ਆ, ਤੁਸੀਂ ਤਾਂ ਲੋਕਲ ਹੀ ਸਮਝਦੇ ਆ ਪਿੰਡ ਨੂੰ, ਇਸ ਨੂੰ। ਉਹ ਤੁਹਾਡਾ ਪਿੰਡ ਤਾਂ ਇੱਕ ਤੀਰਥ ਬਣਾ ਗਿਆ, ਮਹਾਪੁਰਸ਼ ਤੀਰਥ। ਆ ਜਦ ਤੱਕ ਧਰਤੀ ਰਹੂ ਇਸ ਪਿੰਡ ਦਾ ਨਾਮ ਰਹੂਗਾ। ਇੱਥੇ ਅਰਬਾਂ ਪਤੀ ਹੋਏ ਹੋਣੇ ਆ, ਬਹੁਤ ਕਰੋੜਾਂ ਪਤੀ, ਕਿਸੇ ਨੇ ਨਾਂ ਹੀ ਨਹੀਂ ਲੈਣਾ। ਮੈਂ ਉਹਨੂੰ ਪੁੱਛਿਆ, ਮੈਂ ਦਲਵੀਰ ਸਿੰਘ ਕਿੱਥੇ 10ਵੇਂ ਪਾਤਸ਼ਾਹ ਦੀ ਤਾਕਤ ਬਹੁਤ ਹੈ, ਸਮਰੱਥ ਗੁਰੂ ਆ? ਕਹਿੰਦਾ ਮੈਨੂੰ ਪਤਾ ਹੈ। ਬਾਬਾ ਜੀ ਗੱਲ ਸੁਣਨ ਵਾਲੀ ਆ। ਮੈਂ ਕਿਹਾ ਤੂੰ ਕਹਿੰਦਾ ਮੈਂ 10ਵੇਂ ਪਾਤਸ਼ਾਹ ਨਾਲੋਂ ਸਤਿਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜ਼ਿਆਦਾ ਕਰਦਾ ਹੈ, ਕਿਉਂ? ਉਹ ਮੈਨੂੰ ਕਹਿੰਦਾ ਯਾਰ ਗਰਮ ਕਾਹਨੂੰ ਹੋਣਾ, ਸੁਣ ਤਾਂ ਲੈ। ਮੈਂ ਦੱਸ। ਕਹਿੰਦਾ ਜਿਹੜੇ ਕਾਰਨਾਮੇ 10ਵੇਂ ਪਾਤਸ਼ਾਹ ਨੇ ਕੀਤੇ ਮੈਂ ਦੇਖੇ ਨਹੀਂ, ਮੈਂ ਨਹੀਂ ਦੇਖੇ। ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਾਰਨਾਮੇ ਕੀਤੇ ਮੈਂ ਅੱਖਾਂ ਨਾਲ ਦੇਖੇ। ਮੇਰੇ ਦਿਲ ਵਿੱਚ ਕਹਿੰਦਾ ਜਗ੍ਹਾ ਬਹੁਤ, ਇੱਥੇ ਗੱਭੇ ਦਿਲ ਦੇ ਬੈਠੇ, ਇੱਥੇ ਤੱਕ ਸ਼ਰਧਾਲੂ ਹੈ ਲੋਕ। ਤੇ ਜਦੋਂ ਅਸੀਂ ਆਏ ਇੱਥੇ 3 ਕੁ ਸਰੀਰ ਇੱਥੇ ਬੈਠੇ, ਮੈਂ ਸੋਚਦਾ ਸੀ ਪਤਾ ਨਹੀਂ ਕਿੰਨੇ ਲੱਖਾਂ ਦਾ ਇਕੱਠ ਹੋਣਾ ਉੱਥੇ। ਵਾਹ ਵੀ ਵਾਹ। ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਮਾਤਾ ਜੀ, ਮਾਤਾ ਨਿਹਾਲ ਕੌਰ ਜੀ ਦਾ, ਮੈਂ ਉਹਨਾਂ ਦੇ ਉੱਥੇ ਗਲਬ ਕਲਾਂ ਵੀ ਦੀਵਾਨ ਲਾਇਆ ਆ। ਉਹ ਧੰਨ ਹੈ ਮਾਂ, ਧੰਨ ਆ ਤੁਹਾਡੇ ਨਗਰ ਦੀ ਧਰਤੀ, ਤੇ ਧੰਨਵਾ ਮਹਾਪੁਰਸ਼। ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਤੁਲਸੀਦਾਸ ਕਹਿੰਦਾ ਜੇ ਇੱਕ ਗੁਣ ਵੀ ਹੋਵੇ ਤੇ ਮਾਂ ਨੂੰ ਮਾਂ ਕਹਾਉਣ ਦਾ ਹੱਕ ਹੈ। ਤੁਹਾਡੇ ਜੋ ਕੋਈ ਗਿਣ ਕੇ ਦੱਸ ਸਕਦਾ ਸੰਤਾਂ 'ਚ ਕਿੰਨੇ ਗੁਣ ਸੀ? ਤੁਸੀਂ ਗੁਣ ਨਹੀਂ ਗਿਣ ਸਕਦੇ ਉਹਨਾਂ ਦੇ। ਗੁਣਾਂ ਦੀ ਗਿਣਤੀ ਕਰਨੀ ਔਖੀ ਆ, ਜਿੰਨੇ ਮਹਾਂਪੁਰਸ਼ਾਂ ਦੇ ਵਿੱਚ ਗੁਣ ਸੀ। ਤੇ ਮੈਂ ਘੜੀ ਪਤਾ ਨਹੀਂ, ਮੈਨੂੰ ਲੱਗਦਾ ਵੀ ਤੇਜ਼ ਤੁਰੀ ਜਾਂਦੀ ਆ, ਮਿੰਟ 4-5 ਰਹਿੰਦੇ। ਅੱਜ ਆਖਰੀ ਗੱਲ ਕਰਕੇ ਤੁਹਾਡੇ ਨਾਲ ਮੈਂ ਸਮਾਪਤੀ ਕਰਾਂ। ਬਾਬਾ ਜੀ ਦਾ ਟਾਈਮ ਹੈ, ਸੰਤਾਂ ਦਾ, ਧੂਲਕੋਟ ਵਾਲਿਆਂ ਦਾ, ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਗੱਡੀ ਚਲਾਈ, ਬਰਾਬਰ ਬੈਠੇ। ਮੈਂ ਤਸਵੀਰ ਦੇਖੀ
ਮਹਾਪੁਰਸ਼ ਏਦਾਂ ਦੇਖਦੇ ਬਾਬਾ ਜੀ ਗੱਡੀ ਚਲਾ ਰਹੇ ਆ। ਮੈਂ ਕਿਹਾ ਧੰਨਾ ਮਹਾਪੁਰਸ਼ੋ। ਤੇ ਨਗਰ ਵਾਲਿਓ ਇੱਕ ਹੋਰ ਵੀ ਗੱਲ ਨੋਟ ਕਰਿਓ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਗੱਦੀ ਸੰਭਾਲੀ ਨਾ 1799 ਦੇ ਵਿੱਚ, 20 ਸਾਲ ਦੀ ਉਹਦੀ ਉਮਰ ਸੀ, 19 ਸਾਲ ਦੀ ਜਦੋਂ ਉਹ ਮਹਾਰਾਜਾ ਬਣਿਆ, ਉਹਨੇ ਸਭ ਤੋਂ ਪਹਿਲਾਂ ਐਲਾਨ ਕੀ ਕੀਤਾ ਸੀ ਭਲਾ? ਜਦੋਂ ਸ਼ੇਰੇ ਪੰਜਾਬ ਨੇ ਬਾਗਡੋਰ ਸੰਭਾਲੀ ਆ, ਕੀ ਐਲਾਨ ਕੀਤਾ ਸੀ ਉਹਨੇ? ਉਹ ਕਹਿੰਦਾ ਸੀ ਸਿੱਖ ਕੌਮ ਨੂੰ, ਕਹਿੰਦਾ ਖਾਲਸਾ ਜੀ ਮੈਨੂੰ ਉਸ ਸਰੀਰ ਦੇ ਦਰਸ਼ਨ ਕਰਾਵੋ ਜਿਹਨੇ 10ਵੇਂ ਗੁਰੂ ਦੇ ਅੱਖਾਂ ਨਾਲ ਦਰਸ਼ਨ ਕੀਤੇ ਆ। ਸਭ ਤੋਂ ਪਹਿਲਾਂ ਐਲਾਨ ਉਹਦਾ ਇਹ ਸੀ, ਮੈਨੂੰ ਉਸ ਸਿੰਘ ਦੇ ਦਰਸ਼ਨ ਕਰਾਵੋ, ਲਿਆਵੋ ਭਾਲ ਕੇ ਕਿਤੇ ਉਹ ਮਾਝੇ ਦੁਆਬੇ ਮਾਲਵੇ ਦੇ ਵਿੱਚੋਂ। ਤੇ ਦਰਸ਼ਨ ਫੇ ਛੇਤੀ ਕਿੱਥੋਂ ਲੱਭਣਾ ਸੀ ਸਿੰਘ? 92 ਸਾਲ ਉਸ ਵੇਲੇ 10ਵੇਂ ਗੁਰੂ ਨੂੰ ਜੋਤੀ ਜੋਤ ਸਮਾਇਆ ਹੋ ਗਏ। 91-92 ਸਾਲ ਹੋ ਗਿਆ ਮਹਾਰਾਜੇ ਨੂੰ ਜੋਤੀ ਜੋਤ ਸਮਾਇਆ। ਸਿੰਘ ਕਿੱਥੋਂ ਛੇਤੀ ਲੱਭਣਾ ਸੀ? ਪਰ ਮਿਲ ਗਿਆ। ਇੱਕ ਨਿਹੰਗ ਸਿੰਘ ਜੀ ਮਿਲੇ 113 ਸਾਲ ਦੀ ਉਮਰ ਦੇ, ਜੋ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੱਲਾਂ ਕੀਤੀਆਂ। ਨਿਹੰਗ ਸਿੰਘ ਜੀ ਨੇ ਕਿੰਨਾ ਕੁ ਸਤਿਕਾਰ ਕੀਤਾ ਉਹ ਤਾਂ ਨਿਹੰਗ ਸਿੰਘ ਜੀ ਦਾ, ਇਹ ਹੁਣ ਮੈਂ ਦੱਸਣਾ ਨਹੀਂ ਆ। ਕੀਤਾ ਸਤਿਕਾਰ ਬਹੁਤ। ਇਹ ਮੈਂ ਗੱਲ ਤਾਂ ਸੁਣਾਈ ਆ, ਥੋੜੇ ਸਾਲ ਹੀ ਰਹਿ ਗਏ, ਥੋੜੀ। ਆਉਣ ਵਾਲੀ ਪਨੀਰੀ ਨਿਆਣੇ ਪੁੱਛਣਗੇ, ਓਏ ਹੁਣ ਸਾਨੂੰ ਉਹ ਲੱਭ ਕੇ ਲਿਆਵੋ, ਦਿਖਾਵੋ ਜਿਹਨੇ ਸੰਤਾਂ ਦੇ ਦਰਸ਼ਨ ਕੀਤੇ ਆ। ਉਹ ਭਾਲਣੇ ਪੈਣੇ ਪਿੰਡਾਂ ਚੋਂ। ਅੱਜ ਉਸ ਮਹਾਨ ਆਤਮਾ ਦਾ ਜਨਮ ਦਿਨ ਜਿਹੜਾ ਆਪਾਂ ਮਨਾ ਰਹੇ ਆ, ਇੱਕ ਧਾਰਨਾ ਮੈਂ ਪੜ੍ਹਨੀ ਆ। ਬਸ 3 ਜੂਨ 1984 ਦੇ ਦਿਨ ਉਹ ਪੱਤਰਕਾਰ ਜਦੋਂ ਆਖਰੀ ਪੱਤਰਕਾਰ ਗਿਆ, ਕਹਿੰਦਾ ਬਾਬਾ ਜੀ, ਮਹਾਂਪੁਰਸ਼ ਕਹਿੰਦੇ ਹਾਂ ਦੱਸ ਵੀ ਪੱਤਰਕਾਰਾ ਕੀ ਗੱਲ ਹੈ? ਕਹਿੰਦਾ 3 ਲੱਖ ਫੌਜ ਚਾੜ ਦਿੱਤੀ ਕੱਲੇ ਅੰਮ੍ਰਿਤਸਰ ਦੇ ਉੱਤੇ। 14 ਲੱਖ ਫੌਜ ਦੇ ਵਿੱਚੋਂ 3 ਲੱਖ ਕੱਲੇ ਅੰਮ੍ਰਿਤਸਰ ਤੇ, 3 ਲੱਖ ਸਾਰੇ ਪੰਜਾਬ ਚ। ਦੇਖਿਆ ਹੀ ਆ ਸਾਰਾ ਆਪਾਂ। ਤੇ ਮਹਾਂਪੁਰਸ਼ੋ 3 ਲੱਖ ਫੌਜ, ਤੁਹਾਨੂੰ ਡਰ ਨਹੀਂ ਲੱਗਦਾ? ਪੁੱਛਿਆ ਪੱਤਰਕਾਰ ਨੇ। ਸੰਤ ਕਹਿੰਦੇ ਵਾਹ ਉਹ ਪੱਤਰਕਾਰਾ, ਮੈਨੂੰ ਪੁੱਛਦਿਆਂ ਡਰ ਨਹੀਂ ਲੱਗਦਾ? ਮੈਨੂੰ ਡਰ ਨਹੀਂ ਲੱਗਦਾ। ਪੱਤਰਕਾਰ ਹੈਰਾਨ ਹੋ ਗਿਆ। ਕੋਈ ਇੱਥੇ ਤਾਂ ਕਿਤੇ ਪੁਲਿਸ ਵਾਲੇ ਨਾਕੇ ਤੇ ਹੁਣ 2 ਤੁਹਾਡੇ ਕੋਲ ਸਕੂਟਰ ਦੇ ਨਾ ਹੁਣ ਕਾਗਜ਼, ਮੂੰਹ ਦੇਖਿਆ ਕਦੇ ਸ਼ੀਸ਼ੇ ਵਿੱਚ ਕਿੱਦਾਂ ਦਾ ਹੁੰਦਾ? 2 ਪੁਲਿਸ ਵਾਲੇ ਮਿਲ ਜਾਣ ਇੱਥੇ ਨਾਕੇ ਤੇ, ਤੁਹਾਨੂੰ ਸਕੂਟਰ ਦੇ ਕਾਗਜ਼ ਹੈ ਨਹੀਂ ਜੀ, ਮੂੰਹ ਦੇਖੋ ਸ਼ੀਸ਼ੇ ਵਿੱਚ ਆਪਣਾ, ਬੜੇ ਸੂਰਮੇ। 3 ਲੱਖ ਫੌਜ ਇੱਕ ਪਾਸੇ ਤੇ ਸੰਤ ਕਹਿੰਦੇ ਉਹ ਪੱਤਰਕਾਰਾਂ ਮੈਨੂੰ ਡਰ ਨਹੀਂ ਲੱਗਦਾ। ਕਹਿੰਦਾ ਕਿਉਂ ਨਹੀਂ ਲੱਗਦਾ? ਆ ਜਿਹੜਾ ਜਵਾਬ ਦਿੱਤਾ ਇਹ ਧਾਰਨਾ ਪੜ੍ਹ ਕੇ ਸਮਾਪਤੀ ਕਰਾਂਗੇ ਆਪਾਂ ਹੁਣ। ਸੰਤ ਕਹਿੰਦੇ ਪੱਤਰਕਾਰਾਂ ਮੈਨੂੰ ਡਰ ਤਦ ਨਹੀਂ ਲੱਗਦਾ, ਉਹ ਮੈਂ ਆਪ ਡਰਦਾ ਨਹੀਂ ਤੇ ਕਿਸੇ ਨੂੰ ਡਰਾਉਂਦਾ ਨਹੀਂ। ਪੁੱਤਿਆਂ ਮੈਂ ਬਾਜਾਂ ਵਾਲੇ ਦਾ ਡਰਦਾ ਨਹੀਂ ਤੇ ਕਿਸੇ ਨੂੰ ਡਰਾਉਂਦਾ ਨਹੀਂ। ਪੁੱਤਿਆਂ ਮੈਂ ਬਾਜਾਂ ਵਾਲੇ ਦਾ ਪੁੱਤਿਆਂ ਮੈਂ ਬਾਜਾਂ ਵਾਲੇ
ਡਰਦਾ ਨਹੀਂ ਤੇ ਕਿਸੇ ਨੂੰ ਡਰਾਉਂਦਾ ਨਹੀਂ, ਆਪ ਡਰਦਾ ਨਹੀਂ ਤੇ ਕਿਸੇ ਨੂੰ ਡਰਾਉਂਦਾ ਨਹੀਂ। ਜਦ ਮਹਾਂਪੁਰਖ ਸਾਡੇ ਨਗਰ ਗਏ ਨਾ ਆਖਰੀ ਵਾਰੀ 81 ਸਨ 22 ਦਸੰਬਰ 2 ਤੋਂ 4 ਕਥਾ ਕਰ ਦਿੱਤੀ, ਉੱਠ ਕੇ ਖੜ ਗਏ। ਸੁਣਿਓ, ਕਹਿੰਦੇ ਸੰਗਤ ਜੀ 10 ਸਾਲ ਹੋ ਗਏ ਟਕਸਾਲ ਨੂੰ ਆਉਂਦਿਆਂ ਤੁਹਾਡੇ ਪਿੰਡ, 350 ਟਰਾਲੀ ਦਾ ਨਗਰ ਕੀਰਤਨ, ਨਾਲੇ ਪਿੰਡਾਂ 'ਚ 2-2 3-3 ਟਰੈਕਟਰ ਹੁੰਦੇ ਸੀ ਉਦੋਂ ਮਸਾਈ, ਅਸੀਂ ਆਪ ਨੰਬਰ ਲਾਏ ਹੋਏ ਆ। 350 ਟਰਾਲੀ ਨਗਰ ਕੀਰਤਨ 'ਚ ਸੰਤ ਮਹਾਂਪੁਰਸ਼ ਕਹਿੰਦੇ ਉੱਠ ਕੇ ਖੜ ਗਏ, ਕਹਿੰਦੇ ਸੰਗਤ ਜੀ ਸਾਨੂੰ 10 ਸਾਲ ਹੋ ਗਏ ਤੁਹਾਡੇ ਨਗਰ ਆਉਂਦਿਆਂ ਨੂੰ, ਕਮੇਟੀ ਵਾਲਿਆਂ ਨਾਲ ਵਾਅਦਾ ਵੀ ਕੀਤਾ ਹੋਇਆ, ਕਮੇਟੀ ਵਾਲਿਆਂ ਨੇ ਕਿਹਾ ਕਿ ਬਾਬਾ ਜੀ ਹਰ ਸਾਲ ਆਉਣਾ ਹੈ 15 ਤੋਂ 22 ਦਸੰਬਰ ਤੱਕ, ਪਰ ਆਉਂਦੇ ਸਾਲ ਨੂੰ ਮੈਨੂੰ ਉਡੀਕਿਓ ਨਾ, ਤੁਸੀਂ ਹੁਣ ਮੈਨੂੰ ਉਡੀਕਿਓ ਨਾ। ਜਦੋਂ ਕਿਹਾ ਨਾ ਵੀ ਉਡੀਕਿਓ ਨਾ, ਤੇ ਸੰਗਤ ਦੇ ਨਾ ਚਿਹਰੇ ਦਾਸ ਹੋ ਗਏ, ਪ੍ਰੇਮ ਬਹੁਤ ਸੀ ਸੰਗਤ। ਸੰਤ ਪਤਾ ਕੀ ਕਹਿੰਦੇ, ਸੰਤ ਕਹਿੰਦੇ ਉਡੀਕਣਾ ਇਸ ਕਰਕੇ ਨਹੀਂ, ਮੈਂ ਕਹਿੰਦੇ ਇਹ ਵੀ ਨਾ ਸਮਝੋ ਵੀ ਸਾਧ ਅੰਤਰਜਾਮੀ ਹੈ, ਮੈਂ ਅੰਤਰਜਾਮੀ ਨਹੀਂ, ਅੰਦਾਜ਼ੇ ਦੇ ਨਾਲ ਦੱਸ ਰਿਹਾ ਕਿ ਜਦ ਪੁਰਾ ਵਗਦਾ ਹੋਵੇ ਨਾ, ਤੁਹਾਡੇ ਪਤਾ ਨਹੀਂ ਦੱਖਣ ਕਹਿੰਦੇ ਕਿ ਪੁਰਾ ਕਹਿੰਦੇ, ਸਾਡੇ ਪੁਰਾ ਕਹਿੰਦੇ ਉਧਰ ਦੁਆਬੇ 'ਚ, ਕਹਿੰਦੇ ਜਦੋਂ ਦੱਖਣ ਪੁਰਾ ਵਗਦਾ ਹੋਵੇ ਜ਼ਿਮੀਦਾਰ ਅੰਦਾਜ਼ਾ ਲਾ ਲੈਂਦੇ ਕਿ ਬੱਦਲ ਹੋਣਗੇ, ਹੁਣ ਮੀਂਹ ਪਵੇ ਤੇ ਭਾਵੇਂ ਨਾ ਪਵੇ, ਮੀਂਹ ਦੀ ਨਹੀਂ ਪੱਕੀ ਗੱਲ ਹੁੰਦੀ ਪੁਰਾ ਵਗਦੇ ਤੇ, ਮੀਂਹ ਪਵੇ ਤੇ ਭਾਵੇਂ ਨਾ ਪਵੇ ਬੱਦਲ ਜ਼ਰੂਰ ਹੋਣਗੇ। ਤੇ ਆ ਜਿਹੜੀ ਕਹਿੰਦੇ ਸਰਕਾਰ ਵੱਲੋਂ ਹਵਾ ਆ ਰਹੀ ਨਾ, ਜੰਗ ਦੇ ਬੱਦਲ ਹੋਣਗੇ। 22 ਦਸੰਬਰ 1981 ਨੂੰ ਟਾਈਮ 4:30 ਵਜੇ ਦਾ ਸੀ ਉਸ ਵੇਲੇ, ਤੇ ਮੈਨੂੰ ਉਡੀਕਿਓ ਨਾ। ਦੇਖੋ ਪਤਾ ਸਾਰਾ ਹੀ ਸੀ, ਪਰ ਕਹਿੰਦੇ ਮੈਂ ਅੰਤਰਜਾਮੀ ਨਹੀਂ ਹੈ, ਪਤਾ ਤਾਂ ਸਾਰਾ ਹੀ ਹੈ। ਸੰਤ ਬਾਬਾ ਜੀ ਧਾਰਨਾ ਲਾਉਂਦੇ ਹੁੰਦੇ, ਜਿਨ੍ਹਾਂ ਨੇ ਮੇਰੇ ਤੋਂ ਬਾਅਦ ਕੀਰਤਨ ਕਰਨਾ, ਸਾਧੂ ਭੇਤ ਨਹੀਂ ਕਿਸੇ ਨੂੰ ਦੱਸਦੇ, ਰਹਿੰਦੇ ਨਜ਼ਦੀਕ ਰੱਬ ਦੇ। ਵਾਹ ਵੀ ਵਾਹ, ਮਹਾਰਾਜ ਕਿਰਪਾ ਕਰਨ, ਮੁੜ ਕੇ ਆਏ ਨਹੀਂ ਫਿਰ ਪਿੰਡ ਸਾਡੇ, ਨਹੀਂ ਆਏ। ਲੈ ਲੋਕ ਅਜੇ ਤੱਕ ਢਿੱਕੀ ਜਾਂਦੇ ਆ। ਸਮਾਂ ਸੈਕਟਰੀ ਸਾਹਿਬ ਜੀ ਮੈਂ 3 ਮਿੰਟ ਵੱਧ ਲਾ ਗਿਆ, ਮਾਫ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਨ ਬਾਬਾ ਸੁਖਦੇਵ ਸਿੰਘ ਜੀ, ਪਿੰਡ ਖੋਜਕੀਪੁਰ, ਜਿਹੜਾ ਆਦਮਪੁਰ ਤੇ ਭੋਗਪੁਰ ਦੇ ਵਿਚਕਾਰ ਜੇ ਪੈਂਦਾ। ਨੰਗਲ ਸਲਾਲੇ ਟਕਸਾਲ ਦਾ ਪ੍ਰੋਗਰਾਮ ਹੋਇਆ ਕਰਦਾ ਸੀ, ਤੇ ਉੱਥੋਂ ਸਾਰੇ ਪਿੰਡਾਂ ਦੇ ਇਹ ਦੁਆਬੇ ਦਾ ਸੈਂਟਰ ਮੰਨਿਆ ਜਾਂਦਾ ਸੀ। ਖੋਜਕੀਪੁਰ ਤੋਂ ਹੋਰ ਪਿੰਡਾਂ ਤੋਂ ਟਰਾਲੀਆਂ ਰੋਜ਼ ਹੀ ਦੀਵਾਨ 'ਚ ਆਉਂਦੀਆਂ ਸੀ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸੱਚਖੰਡ ਵਾਸੀ ਮਹਾਂਪੁਰਖ, ਜੋ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਉੱਥੇ ਹੀ ਮਨਾਉਂਦੇ ਹੁੰਦੇ ਸੀ। ਬਹੁਤ ਵੱਡਾ ਇਕੱਠ ਹੁੰਦਾ ਸੀ। ਬਾਬਾ ਸੁਖਦੇਵ ਸਿੰਘ ਜੀ ਨੇ ਬਹੁਤ ਹੀ
ਦਿਲ ਦੀਆਂ ਗਹਿਰਾਈਆਂ ਚੋਂ ਮਹਾਂਪੁਰਖਾਂ ਦੇ ਸਾਥ ਨਿਭਾਇਆ ਸਮਾਂ ਆਪਾਂ ਨੂੰ ਦੱਸਿਆ। ਆਪ ਜੀ ਦੇ ਨਾਲ ਹੁਣ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ, ਜਿਹੜੀ ਸੁਹਿਰਦ ਸੰਤ ਖਾਲਸਾ ਕਿਤਾਬ ਲਿਖੀ ਹੈ ਨਾ, ਉਹਦੇ ਵਿੱਚ ਇੱਕ ਜੌਂਗੇ ਦੀ ਫੋਟੋ ਹੈ। ਉਹ ਜੌਂਗਾ ਵੀ ਬਾਬਾ ਜੀ ਦਾ ਸੀ ਇਹਨਾਂ ਦਾ, ਤੇ ਡਰਾਈਵਰ ਵੀ ਆਪ ਹੀ ਸੀ। ਉਹਦੇ ਪਿੱਛੇ ਦਾਸ ਵੀ ਖੜਾ ਹੈ, ਬਾਈ ਜੋਗਿੰਦਰ ਸਿੰਘ ਖੜਾ ਹੈ, ਰਾਗੀ ਰਾਮ ਸਿੰਘ ਖੜਾ ਹੈ, ਕੁਲਦੀਪ ਸਿੰਘ ਮੁੱਛਲ ਖੜਾ ਹੈ, ਭਾਈ ਗੁਰਨਾਮ ਸਿੰਘ ਜੀ ਖੜੇ ਨੇ। ਇਹ ਸਾਰੇ ਸਿੰਘ ਮਗਰ ਖੜੇ ਆ, ਤੇ ਬਾਬਾ ਅਵਤਾਰ ਸਿੰਘ ਜੀ ਡਰਾਈਵਿੰਗ ਸੀਟ ਤੇ ਬੈਠੇ ਨੇ, ਤੇ ਨਾਲ ਸੰਤ ਬੈਠੇ ਮਹਾਂਪੁਰਖ। ਮੈਨੂੰ ਯਾਦ ਆ